हाँ जी, ETT 994 ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਅੱਜ ਜਿਹੜਾ ਆਪਣਾ ਲੈਕਚਰ ਹੈ ਉਹ ਪੇਪਰ B ਦੇ ਵਿੱਚ ਜਿਹੜਾ SST ਦਾ ਸਿਲੇਬਸ ਹੈ ਆਪਣਾ, ਉਹਦੇ ਵਿੱਚ ਪੰਜਾਬ ਦੇ ਨਾਲ ਜਿਹੜੀ ਪੰਜਾਬ ਹਿਸਟਰੀ ਦੇ ਨਾਲ ਰਿਲੇਟਡ ਟੌਪਿਕ ਹੈ ਸਿੱਖ ਮਿਸਲਸ ਤੇ ਮਹਾਰਾਜਾ ਰਣਜੀਤ ਸਿੰਘ ਦੀ ਲਾਈਫ ਹਿਸਟਰੀ, ਉਹਨੂੰ ਆਪਾਂ ਡਿਸਕਸ ਕਰਨਾ ਹੈ। ਬੇਸਿਕਲੀ ਕੱਲ ਆਪਾਂ ਡਿਸਕਸ ਕੀਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਕਿਸ ਤਰ੍ਹਾਂ ਸਿੱਖ ਰਾਜ ਢਹਿ ਹੋਇਆ ਤੇ ਕਿਸ ਤਰ੍ਹਾਂ ਸਿੱਖ ਰਾਜ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਮਿਲਾ ਲਿਆ ਗਿਆ। ਹੁਣ ਆਪਾਂ ਇਹ ਡਿਸਕਸ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਕਾਲ ਦੇ ਸਮੇਂ ਕਿਸ ਤਰ੍ਹਾਂ ਸਿੱਖ ਰਾਜ ਵਧਿਆ ਫੁੱਲਿਆ ਤੇ ਕਿਸ ਤਰ੍ਹਾਂ ਸਿੱਖ ਰਾਜ ਦੀ ਜਿਹੜੀਆਂ ਬਾਉਂਡਰੀਜ਼ ਸੀਗੀਆਂ, ਉਹਦੀਆਂ ਹੱਦਾਂ ਸੀਗੀਆਂ, ਉਹ ਤਿੱਬਤ ਤੋਂ ਲੈ ਕੇ ਤੇ ਤੁਹਾਡਾ ਅਫਗਾਨਿਸਤਾਨ ਤੱਕ ਜਿਹੜਾ ਜਮਰੌਦ ਤੱਕ ਪਹੁੰਚੀਆਂ। ਬੇਸਿਕਲੀ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਸਿੱਖ ਮਿਸਲਸ ਤੇ ਮਹਾਰਾਜਾ ਰਣਜੀਤ ਸਿੰਘ ਦੀ ਲਾਈਫ ਹਿਸਟਰੀ। ਇਹ ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਟੌਪਿਕ, ਇਹਦੇ ਨਾਲ ਆਪਣਾ ਇੱਕ ਟੌਪਿਕ ਅੱਜ ਕਵਰ ਹੋ ਜਾਏਗਾ। ਤਾਂ ਸਿੱਖ ਮਿਸਲਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਖਰੜਾ ਤੁਹਾਨੂੰ ਦਊਂਗਾ। ਉਹ ਖਰੜਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਲਾਣਾ ਕਰ ਗਏ, ਉਹਨਾਂ ਦਾ ਜਿਹੜਾ ਟੀਚਾ ਸੀ ਉਹ ਅਧੂਰਾ ਸੀ। ਗੁਰੂ ਗੋਬਿੰਦ ਸਿੰਘ ਜੀ ਮੁਗਲਾਂ ਦੇ ਖਿਲਾਫ ਲੜ ਰਹੇ ਸਨ, ਜਿਹੜਾ ਮੁਗਲਾਂ ਦਾ ਅਤਿਆਚਾਰ ਸੀ ਉਹਦੇ ਖਿਲਾਫ ਲੜ ਰਹੇ ਸਨ, ਪਰ ਉਹ ਟੀਚਾ ਪੂਰਾ ਨਹੀਂ ਹੋਇਆ ਸੀ। ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਹੈ ਉਹਨਾਂ ਨੇ ਕਮਾਨ ਸੰਭਾਲੀ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀਂ ਰਹਿ ਗਿਆ ਸੀ। ਪੰਜਾਬ ਦੇ ਵਿੱਚ ਕੋਈ ਅਜਿਹੀ ਤਾਕਤ ਨਹੀਂ ਰਹਿ ਗਈ ਸੀ ਜਿਹੜੀ ਕਿ ਬਾਹਰੋਂ ਹੋ ਰਹੇ ਹਮਲਿਆਂ ਨੂੰ ਤੇ ਮੁਗਲ ਦੇ ਅਤਿਆਚਾਰਾਂ ਨੂੰ ਰੋਕ ਸਕੇ। ਮੁਗਲ ਨੋ ਡਾਊਟ ਉਸ ਸਮੇਂ ਤੋਂ ਤੱਕ ਹੌਲੀ ਹੌਲੀ ਕਮਜ਼ੋਰ ਹੋਣਾ ਸ਼ੁਰੂ ਹੋ ਗਏ ਸਨ। ਉਹਦੇ ਵਾਸਤੇ ਇੱਕ ਅਲੱਗ ਟੌਪਿਕ ਹੈ ਮੁਗਲ ਹਿਸਟਰੀ ਦੇ ਉੱਪਰ, ਉਹ ਆਪਣੇ ਸਕੋਪ ਤੋਂ ਬਾਹਰ ਹੈ ਆਪਣੇ ਪੇਪਰ ਦੇ। ਪਰ ਜਿਹੜੇ ਬਾਹਰੋਂ ਹਮਲੇ ਹੋ ਰਹੇ ਸੀਗੇ ਅਫਗਾਨ ਹਮਲੇ, ਜਿਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਹੈ, ਨਾਦਰ ਸ਼ਾਹ ਦੇ ਹਮਲੇ ਹੈ, ਜਿਹੜੇ ਕਿ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ, ਇਹ ਜਿਹੜੇ ਹਾਦਸੇ ਘਟਨਾਵਾਂ ਪੰਜਾਬ ਦੇ ਵਿੱਚ ਹੋਣਗੀਆਂ। ਉਸ ਸਮੇਂ ਪੰਜਾਬ ਦੇ ਵਿੱਚ ਹੋ ਰਹੇ ਅਤਿਆਚਾਰ ਨੂੰ ਰੋਕਣ ਦੇ ਲਈ ਕੋਈ ਇੱਕ ਯੂਨਾਈਟਿਡ ਫੋਰਸ ਨਹੀਂ ਸੀਗੀ, ਕੋਈ ਇੱਕ ਇਹੋ ਜਿਹੀ ਫੋਰਸ ਨਹੀਂ ਸੀਗੀ ਜਿਹੜੀ ਕਿ ਇਸ ਸਾਰੇ ਸਿਸਟਮ ਨੂੰ, ਇਸ ਸਾਰੇ ਏਰੀਏ ਨੂੰ ਬਚਾ ਸਕਦੀ, ਸੰਭਾਲ ਸਕਦੀ। ਤਾਂ ਉਸ ਸਮੇਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜ ਰਹੇ ਸਿੱਖ ਸਨ, ਬਾਅਦ ਚੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੜ ਰਹੇ ਸਿੱਖ ਸਨ, ਜਾਂ ਫਿਰ ਉਹਨਾਂ ਤੋਂ ਬਾਅਦ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਸੀਗੀਆਂ ਸਿੱਖਾਂ ਦੀਆਂ, ਉਹਨਾਂ ਨੇ ਅਗਵਾਈ ਆਪਦੇ ਹੱਥ ਦੇ ਵਿੱਚ ਸੰਭਾਲੀ ਇਸ ਸਾਰੇ ਖੇਤਰ ਦੇ ਵਿੱਚ। ਤੇ ਬਹੁਤ ਵੱਡਾ ਇਹ ਖੇਤਰ ਸੀਗਾ, ਮੰਨ ਕੇ ਚਲੋ ਸਤਲੁਜ ਦਰਿਆ ਤੋਂ ਲੈ ਕੇ ਤੇ ਅਫਗਾਨਿਸਤਾਨ ਦਾ ਜਿਹੜਾ ਹੈ ਖੈਬਰ ਪਾਸ ਤੱਕ ਜਿਹੜਾ ਦਰਰਾ ਹੈ, ਉੱਥੋਂ ਤੱਕ ਇਹ ਸਾਰਾ ਇਲਾਕਾ ਫੈਲਿਆ ਹੋਇਆ ਸੀਗਾ, ਜਿੱਥੋਂ ਕਿ ਸਾਰੇ ਇਹ ਹਮਲੇ ਹੁੰਦੇ ਹੋਏ ਭਾਰਤ ਦੇ ਵਿੱਚ ਪੰਜਾਬ ਵਾਲੇ ਇਲਾਕੇ ਦੇ ਵਿੱਚ ਐਂਟਰ ਕਰਦੇ ਸਨ। ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕੁਝ ਗਰੁੱਪ ਬਣਾ ਕੇ ਸਿੱਖਾਂ ਨੇ ਲੜਾਈ ਲੜਨੀ ਸ਼ੁਰੂ ਕੀਤੀ। ਉਹ ਜਿਹੜੇ ਛੋਟੇ ਵੱਡੇ ਗਰੁੱਪ ਬਣਾ ਕੇ ਲੜਾਈ ਲੜਨੀ ਸ਼ੁਰੂ ਕੀਤੀ, ਉਹਨਾਂ ਗਰੁੱਪਸ ਨੂੰ ਹੀ ਬੇਸਿਕਲੀ ਮਿਸਲਸ ਦਾ ਨਾਂ ਦਿੱਤਾ ਗਿਆ। ਮਿਸਲ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਕਿ ਬਰਾਬਰ। ਇੱਥੇ ਬਰਾਬਰੀ ਦਾ ਕੀ ਮਤਲਬ ਹੈ? ਇੱਥੇ ਬਰਾਬਰੀ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਸਿੱਖ ਬੈਂਡਸ, ਜਿਹੜੇ ਸਿੱਖ ਲੜਾਕਿਆਂ ਦੇ, ਸਿੱਖ ਬ੍ਰਿਗੇਡ ਦੇ ਜੱਥੇ ਲੜ ਰਹੇ ਹਨ ਆਪਦੇ ਇਲਾਕੇ ਦੇ ਵਿੱਚ, ਬਾਹਰਲੀਆਂ ਆ ਰਹੀਆਂ ਜਿਹੜੀਆਂ ਤਾਕਤਾਂ ਜਾਂ ਸ਼ਾਹਾਂ ਹਨ ਉਹਨਾਂ ਦੇ ਨਾਲ, ਉਹਨਾਂ ਨੂੰ ਮਿਸਲ ਕਿਹਾ ਗਿਆ ਹੈ। ਤੇ ਇਹ ਗਰੁੱਪ ਜਿਹੜੇ ਆ ਉਹ ਕਿਸੇ ਵੀ ਪਾਸੋਂ ਕਿਸੇ ਦੂਸਰੇ ਗਰੁੱਪ ਤੋਂ ਘੱਟ ਨਹੀਂ ਹਨ, ਯਾਨੀ ਕਿ ਕਿਸੇ ਦੂਸਰੀ ਮਿਸਲ ਤੋਂ ਘੱਟ ਨਹੀਂ ਹਨ। ਤੇ ਆਪਸ ਵਿੱਚ ਸਾਰੀਆਂ ਮਿਸਲਾਂ ਜਾਂ ਸਾਰੇ ਗਰੁੱਪਸ ਕੀ ਹਨ? ਬਰਾਬਰ ਹਨ। ਕੋਈ ਮਿਸਲ ਛੋਟੀ ਹੈ, ਕੋਈ ਵੱਡੀ ਹੈ। ਇੱਕ ਮਿਸਲ ਇਹ ਜੀ ਹੈ ਕਿ ਇੰਨੀ ਛੋਟੀ ਹੈ ਕਿ ਉਹਦੇ ਵਿੱਚ 1000 ਤੋਂ ਲੈ ਕੇ 2000 ਤੱਕ ਹੀ ਬੰਦੇ ਹਨ, ਤੇ ਇੱਕ ਮਿਸਲ ਇਹ ਜਿਹਦੇ ਵਿੱਚ 15000 ਤੋਂ ਲੈ ਕੇ 20000 ਤੱਕ ਵੀ ਸਿੱਖ ਯੋਧੇ ਹਨ। ਤਾਂ ਇਹ ਜਿਹੜੇ ਸਿੱਖ ਯੋਧੇ ਹੈ, ਇਹਨਾਂ ਨੇ ਇਸ ਸਾਰੇ ਏਰੀਏ ਦੇ ਵਿੱਚ ਕਮਾਨ ਸੰਭਾਲੀ ਹੋਈ ਹੈ ਇਸ ਸਾਰੇ ਖੇਤਰ ਨੂੰ ਬਚਾਉਣ ਦੇ ਲਈ ਬਾਹਰਲੇ ਹੋ ਰਹੇ ਹਮਲਿਆਂ ਤੋਂ। ਠੀਕ ਹੈ ਜੀ। ਉਹ ਮਿਸਲਸ ਜਿਹੜੀਆਂ ਹਨ ਉਹ ਤਕਰੀਬਨ ਮਿਸਲਸ ਚੋਂ ਹੀ 12 ਮਿਸਲਸ ਦੇ ਟੋਟਲ ਹਨ, ਉਹਨਾਂ ਵਿੱਚੋਂ ਇੱਕ ਮਿਸਲ ਸਭ ਤੋਂ ਉੱਪਰ ਨਿਕਲ ਕੇ ਬਾਹਰ ਹੋਊਗੀ। ਅਲਟੀਮੇਟਲੀ ਉਹ ਮਿਸਲ ਕਿਹੜੀ ਹੈ? ਸੁਕਰ ਚੱਕਿਆ ਮਿਸਲ ਹੋਊਗੀ, ਜਿੱਥੋਂ ਕਿ ਮਹਾਰਾਜਾ ਰਣਜੀਤ ਸਿੰਘ ਸੰਬੰਧ ਰੱਖਦੇ ਹੋਣਗੇ। ਪਰ ਪਹਿਲਾਂ ਆਪਾਂ ਮਿਸਲਸ ਨੂੰ ਡਿਸਕਸ ਕਰਦੇ ਹਾਂ ਕਿ ਬੇਸਿਕਲੀ ਟੋਟਲ ਮਿਸਲਸ ਕਿੰਨੀਆਂ ਹਨ। ਟੋਟਲ ਮਿਸਲਸ ਜਿਹੜੀਆਂ ਪੰਜਾਬ ਇਤਿਹਾਸ ਦੇ ਵਿੱਚ ਦੱਸੀਆਂ ਜਾਂਦੀਆਂ ਹਨ ਉਹ 12 ਹਨ। ਇਹਨਾਂ 12 ਮਿਸਲਸ ਦੇ ਵਿੱਚ ਵੀ ਤਕਰੀਬਨ 5 ਮਿਸਲਸ ਹਨ ਜਿਹੜੀਆਂ ਸਭ ਤੋਂ ਇੰਪੋਰਟੈਂਟ ਹਨ। ਤਾਂ ਇਹਨਾਂ ਮਿਸਲਸ ਦੇ ਸੰਸਥਾਪਕਾਂ ਦੇ ਨਾਮ ਆਪਾਂ ਯਾਦ ਕਰਨੇ ਹੈ। ਉਸ ਤੋਂ ਇਲਾਵਾ ਜਿਹੜੇ 5 ਮਿਸਲਸ ਹਨ ਇਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ, ਤੇ ਉਸ ਤੋਂ ਬਾਅਦ ਅਲਟੀਮੇਟਲੀ ਜਿਹੜੀ ਸੁਕਰ ਚੱਕਿਆ ਮਿਸਲ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੋਊਗੀ। ਠੀਕ ਹੈ। ਮਿਸਲ ਸ਼ਬਦ ਦਾ ਤੁਹਾਨੂੰ ਮਤਲਬ ਪਤਾ ਲੱਗ ਚੁੱਕਿਆ ਹੈ। ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਤੋਂ ਬਿਲੋਂਗ ਕਰਦੇ ਹਨ ਇਹ ਵੀ ਤੁਹਾਨੂੰ ਪਤਾ ਲੱਗ ਚੁੱਕਿਆ ਹੈ। ਪਰ ਹੋਰ ਜਿਹੜੀਆਂ 4 ਜਾਂ 5 ਮੇਨ ਇੰਪੋਰਟੈਂਟ ਮਿਸਲਸ ਹਨ ਉਹ ਹਨ ਕਿਹੜੀਆਂ ਤੁਹਾਡੀਆਂ? ਨਕਈ ਮਿਸਲ, ਕਨਈਆ ਮਿਸਲ, ਆਲੂ ਵਾਲੀਆ ਮਿਸਲ, ਭੰਗੀ ਮਿਸਲ ਤੇ ਲਾਸਟ
ਬਟ ਨਾਟ ਦਾ ਲੀਸਟ ਸੁਕਰ ਚੱਕੀਆ ਮਿਸਲ, ਜਿਹੜੀ ਕਿ ਸਭ ਤੋਂ ਤਾਕਤਵਰ ਹੋ ਕੇ ਬਾਹਰ ਨਿਕਲੂਗੀ। ਤਾਂ ਤੁਹਾਡੇ ਪੇਪਰ ਦੇ ਐਂਗਲ ਤੋਂ ਇਹਨਾਂ 12 ਮਿਸਲਸ ਦੇ ਨਾਂ ਤੇ ਇਹਨੇ 12 ਮਿਸਲਸ ਦੇ ਸੰਸਥਾਪਕਾਂ ਦੇ ਨਾਂ ਤੁਸੀਂ ਯਾਦ ਕਰਨੇ ਹਨ। ਉਹਦੇ ਵਿੱਚ ਵੀ ਜਿਹੜੀਆਂ ਇਹ 5 ਮਿਸਲ ਤੁਹਾਨੂੰ ਇੰਪੋਰਟੈਂਟ ਦੱਸ ਕੇ ਗਿਆ ਹੈ, ਨਕਈ ਮਿਸਲ, ਆਲੂਵਾਲੀਆ ਮਿਸਲ, ਕਨਈਆ ਮਿਸਲ, ਭੰਗੀ ਮਿਸਲ ਤੇ ਸੁਕਰ ਚੱਕੀਆ ਮਿਸਲ, ਇਹਦੇ ਸੰਸਥਾਪਕਾਂ ਦੇ ਨਾਮ ਤੁਸੀਂ ਪੱਕੇ ਯਾਦ ਕਰਨੇ ਹਨ। ਉਸ ਤੋਂ ਬਾਅਦ ਜਿਹੜੇ ਬਾਬਾ ਦੀਪ ਸਿੰਘ ਜੀ ਜਿਹੜੀ ਮਿਸਲ ਨਾਲ ਸ਼ਹੀਦਾ ਮਿਸਲ ਨਾਲ ਸੰਬੰਧ ਰੱਖਦੇ ਸਨ ਉਹ ਤੁਸੀਂ ਯਾਦ ਕਰ ਲੈਣੀ, ਕਿਉਂਕਿ ਉਹ ਇੱਕ ਧਾਰਮਿਕ ਪ੍ਰਵਰਤੀ ਦੇ ਬੰਦੇ ਸਨ। ਉਹ ਵੀ ਇੱਕ ਬਹੁਤ ਵੱਡੇ ਸਿੱਖ ਯੋਧੇ ਰਹੇ ਹਨ, ਤਾਂ ਕਰਕੇ ਸ਼ਹੀਦਾ ਮਿਸਲ ਦੇ ਉੱਪਰ ਵੀ ਕਈ ਵਾਰੀ ਸਵਾਲ ਬਣ ਜਾਂਦਾ ਕਿ ਉਹਦੇ ਸੰਸਥਾਪਕ ਕੌਣ ਸਨ। ਠੀਕ ਹੈ ਜੀ। ਪਿੱਛੇ ਆਪਣੇ ਬੋਰਡ ਦੇ ਉੱਪਰ ਆਪਾਂ ਇਹ ਸਲਾਈਡ ਤਿਆਰ ਕੀਤੀ ਹੋਈ ਹੈ ਜਿਹਦੇ ਵਿੱਚ ਮਿਸਲ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਉਸ ਤੋਂ ਬਾਅਦ ਜਿੰਨੀਆਂ ਮਿਸਲਸ ਹਨ ਉਹਨਾਂ ਮਿਸਲਸ ਦੇ ਨਾਮ ਤੇ ਉਹਨਾਂ ਦੇ ਸੰਸਥਾਪਕਾਂ ਦੇ ਨਾਮ ਦਿੱਤੇ ਗਏ ਹਨ। ਤੁਹਾਨੂੰ ਮੈਂ ਵਾਰੀ-ਵਾਰੀ ਕਰਕੇ ਇਹਨਾਂ ਸੰਸਥਾਪਕਾਂ ਦੇ ਨਾਮ ਇੱਕ ਵਾਰੀ ਸੁਣਾਉਂਗਾ ਤੇ ਉਹਨੂੰ ਤੁਸੀਂ ਸਕਰੀਨਸ਼ਾਟ ਲੈ ਲੈਣਾ ਹੈ ਤੇ ਉਸ ਸੰਸਥਾਪਕਾਂ ਦੇ ਨਾਮ ਤੁਸੀਂ ਜਿਹੜੇ ਆ ਉਹ ਯਾਦ ਕਰਨੇ ਹਨ ਪੇਪਰ ਦੇ ਐਂਗਲ ਤੋਂ। ਟੋਟਲ ਮਿਸਲਸ ਕਿੰਨੀਆਂ ਹਨ? 12। ਮਿਸਲ ਸ਼ਬਦ ਦਾ ਮਤਲਬ ਕੀ ਹੈ ਇਹ ਆਪਾਂ ਦੇਖ ਚੁੱਕੇ ਹਾਂ। ਕਹਿੰਦਾ ਕਿ ਮਿਸਲ ਇੱਕ ਫਾਰਸੀ ਦਾ ਸ਼ਬਦ ਹੈ, ਮਿਸਲ ਇੱਕ ਫਾਰਸੀ ਦਾ ਸ਼ਬਦ ਹੈ। ਬੇਸਿਕਲੀ ਉਹ ਕਹਿ ਰਿਹਾ ਹੈ ਕਿ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਪੰਜਾਬ ਦੇ ਇਤਿਹਾਸ ਦੇ ਸੰਦਰਭ ਵਿੱਚ ਮਿਸਲ ਸ਼ਬਦ ਪਹਿਲੀ ਵਾਰ 18ਵੀਂ ਸਦੀ ਈਸਵੀ ਦੇ ਦੌਰਾਨ ਵਰਤਿਆ ਗਿਆ ਸੀ। ਇਹ ਸਿੱਖ ਯੋਧਿਆਂ ਦੀ ਇੱਕ ਇਕਾਈ ਜਾਂ ਬ੍ਰਿਗੇਡ ਹੈ। ਇਹ ਸਿੱਖ ਯੋਧਿਆਂ ਦੀ ਇੱਕ ਯੂਨਿਟ ਹੈ ਜਿਹਨੂੰ ਇਕਾਈ ਜਾਂ ਬ੍ਰਿਗੇਡ ਕਹਿ ਰਹੇ ਹਾਂ, ਜੋ ਆਪਣੇ ਖੇਤਰ ਵਿੱਚ ਸੁਤੰਤਰ ਸਨ। ਇਹ ਕੁੱਲ 12 ਸਿੱਖ ਮਿਸਲਾਂ ਸਨ। ਹੇਠਾਂ ਉਹਨਾਂ ਦੇ ਸੰਬੰਧਿਤ ਸੰਸਥਾਪਕਾਂ ਦੇ ਨਾਂ ਸੂਚੀਬੱਧ ਹਨ। ਉਰੇ ਬੇਸਿਕਲੀ ਕੀ ਹੈ, ਜਿਸ ਦਾ ਅਰਥ ਹੈ ਉਹ ਅਰਥ ਕੀ ਹੈ? ਬਰਾਬਰ। ਮਿਸਲ ਸ਼ਬਦ ਦਾ ਕੀ ਅਰਥ ਹੈ? ਬਰਾਬਰ। यानी कि कोई भी ग्रुप आपदे नाल वाले ग्रुप तो छोटा या बड़ा नहीं है, सारे ग्रुप बराबर हैं, सारे जड़े है जत्थे हैं बराबर हैं, ब्रिगेड बराबर हैं। ठीक है जी। पहली ये स्लाइड है मिसल की डेफिनेशन के उत्ते। हुण आपां मिसल्स दे नाम ते उन्हां दे संस्थापकां दे नाम देखदे हां। देखिए देखो एक करोड़ सिंघिया मिसल, निशान वालिया मिसल, शहीदा मिसल, निकई मिसल, डल्ले वालिया मिसल, रामगढ़िया मिसल, फूलकिया मिसल, भंगी मिसल, आलू वालिया मिसल, कन्हैया मिसल ते सिंहपुरिया या फिर फैजलपुरिया मिसल। ये 12 मिसल्स दे नाम हैं टोटल। ठीक है जी। ओके। ਇਹਦੇ ਵਿੱਚ ਤਕਰੀਬਨ 11 ਮਿਸल्स ਦੇ ਨਾਮ ਦਿੱਤੇ ਗਏ ਹਨ। ਇੱਕ ਮਿਸਲ ਇਹਦੇ ਵਿੱਚ ਮਿਸ ਕੀਤੀ ਗਈ ਹੈ। करोड़ सिंघिया मिसल होगी, निशान वालिया होगी, शहीदा होगी, नकई होगी, डल्ले वालिया, रामगढ़िया, फूलकिया, भंगी, आलू वालिया, कन्हैया, शहीदा, सिंहपुरिया या फैजलपुरिया ते लास्ट ਜਿਹੜੀ ਇੱਥੇ ਨੋਟਿਸ ਨਹੀਂ ਕੀਤੀ ਗਈ ਉਹ ਕਿਹੜੀ ਹੈ ਤੁਹਾਡੀ ਸੁਕਰ ਚੱਕੀਆ। ਸੁਕਰ ਚੱਕੀਆ ਮਿਸਲ। ਸੁਕਰ ਚੱਕੀਆ ਜਿਹੜੀ ਮਿਸਲ ਹੈ ਉਹਦੇ ਜਿਹੜੇ ਸੰਸਥਾਪਕ ਹਨ ਉਹ ਕੌਣ ਹਨ? बुद्ध सिंह जी। राइट। हो सकता अगले पेज के ऊपर ये नाम दिता गया होवे। तो टोटल 12 मिसलां हैं जिहदे विच जिहड़ी इंपॉर्टेंट मिसल है वो शहीदा मिसल है, नकई मिसल है। ठीक है जी। थोड़ी उस तो बाद भंगी मिसल है, आलू वालिया मिसल है, कन्हैया मिसल है ते लास्ट जिहड़ी थोड़ी सुकर चकिया मिसल। इन्हां मिसल दे संस्थापक दे नाम संस्थापकां दे नाम तुसीं पक्का याद करने हैं। बाकी ਜਿਹੜੇ ਹੋਰ ਸੰਸਥਾਪਕ ਹਨ ਉਹਨਾਂ ਦੇ ਨਾਮ ਵੀ ਤੁਸੀਂ ਇੱਕ ਵਾਰ ਦੇਖ ਲੈਣੇ ਹਨ। ਕਈ ਵਾਰ ਕੀ ਹੁੰਦਾ ਕਿ ਮੈਚ ਦੀ ਫਾਲੋਇੰਗ ਦੇ ਜਾਂਦਾ ਹੈ, ਯਾਨੀ ਕਿ ਇਸ ਤਰ੍ਹਾਂ ਇਧਰਲੇ ਪਾਸੇ ਮਿਸਲ ਦਾ ਨਾਮ ਦੇ ਦੂਗਾ ਤੇ ਇਧਰਲੇ ਪਾਸੇ ਉਹਦੇ ਸੰਸਥਾਪਕ ਦਾ ਨਾਮ ਦੇ ਦੂਗਾ। ਤਾਂ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਐਲੀਮੀਨੇਟ ਤਾਂ ਕਰ ਪਾਉਂਦੇ ਹੋ ਕਿਉਂਕਿ ਤੁਹਾਨੂੰ 5 ਜਾਂ 6 ਮਿਸਲਾਂ ਦੇ ਨਾਮ ਸੰਸਥਾਪਕਾਂ ਦੇ ਨਾਮ ਯਾਦ ਹੋਗੇ ਤਾਂ ਬਾਕੀ ਤੁਸੀਂ ਕੱਢ ਪਾਓਗੇ, ਪਰ ਫਿਰ ਵੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਰਿਵਾਈਜ਼ ਕਰ ਲੈਣਾ ਹੈ, ਮੌਕੇ ਤੇ ਦੇਖ ਲੈਣਾ ਹੈ। ਸ਼ਹੀਦਾ ਮਿਸਲ ਦਾ ਹੈਡ ਕੌਣ ਹੈ? ਬਾਬਾ ਦੀਪ ਸਿੰਘ ਜੀ। ਓਕੇ। ਨਕਈ ਮਿਸਲ ਦਾ ਹੈਡ ਕੌਣ ਹੈ? ਹੀਰਾ ਸਿੰਘ नकई। ठीक है जी। ओके। उस तो बाद थोड़ा भंगी मिसल का हेड कौन है? हरी सिंह ढिल्लों। ठीक है जी। आलू वालिया मिसल का हेड कौन है? जस्सा सिंह आलू वालिया। ते कन्हैया मिसल का हेड कौन है? जय सिंह कन्हैया। ठीक है जी। कल आप गल की सी महाराजा रणजीत सिंह दी 2 राणियां, एक किहड़ी मिसल तो बिलोंग करती सी? नकई मिसल तो, ते दूसरी किहड़ी मिसल तो बिलोंग करती सी? कन्हैया मिसल तो। ठीक है जी। वो मिसलों के नाम है, आपस इन्हां दे मिसलों के रिश्ते भी होणगे, पर अल्टीमेटली महाराजा रणजीत सिंह जिहड़े कि सुकर चकिया मिसल नाल संबंध रखते हैं, ये सारियां मिसलों नूं काबू करके ते सुकर चकिया मिसल दा राज चारे पासे फैला देणगे। मिसल्स दे नाम तुहानूं याद हो जाने चाहिए हैं, मिसल्स दे संस्थापकां दे नाम तुहानूं याद हो जाने चाहिए हैं। उस तो बाद आपां गल करांगे महाराजा रणजीत सिंह दे उपर ते महाराजा रणजीत सिंह दी सुकर चकिया मिसल दे उपर। ठीक है जी। ये आप अगे चलते हैं। ये दोबारा तुहानूं दस देना
कि इंपॉर्टेंट मिसल्स किहड़ी है? शहीदा मिसल पहली इंपॉर्टेंट मिसल है, नकई मिसल हीरा सिंह नकई दूजी इंपॉर्टेंट मिसल है, भंगी मिसल हरी सिंह ढिल्लो तीजी इंपॉर्टेंट मिसल है, आलू वालिया मिसल जस्सा सिंह आलू वालिया चौथी इंपॉर्टेंट मिसल है, कन्हैया मिसल जय सिंह कन्हैया पंजवीं इंपॉर्टेंट मिसल है, ते छेवीं जिहड़ी इंपॉर्टेंट मिसल है दैट इज योर सुकेर चकिया मिसल जिहदा संस्थापक कौन है? बुद्ध सिंह। ठीक है जी, ये इंपॉर्टेंट है, इहनूं तुसीं ध्यान रखना। क्लियर है मिसल्स? तो आपां हुण अगे चलदे हैं नैक्सट स्लाइड दे उत्ते। ओके, महाराजा रणजीत सिंह ते ये लेके आंदा है आपां नूं डायरैक्टली कि हुण आपां महाराजा रणजीत सिंह नूं डिस्कस करना है। महाराजा रणजीत सिंह नूं इत्थों डिस्कस करन तो पहला आपां एक स्ट्रक्चर तैयार करते हैं महाराजा रणजीत सिंह दे बारे। देखो, महाराजा रणजीत सिंह एक ਇਹੋ ਜਿਹੀ शख्सियत हुई है कि उन्हां दे अंदर बहुत सारे ਇਹੋ ਜਿਹੇ गुण सी जिन्हां गुणां दे करके वो एडे वड्डे खेतर दे उपर राज कर सके ते इन्ने लंबे समय तक राज कर सके, वो भी उदों जदों वो चारे पासे दुश्मनां तो घिरे हुए सन। आपां उन्हां दे इन्हां गुणां दी गल करदे हैं जिहड़ा कि उन्हां दी इस राजनीति नूं एक नवां रूप देऊगा ते वो जिहड़ा सुकर चकिया मिसल दा जिहड़ा झंडा है वो बुलंद होऊगा चारे पासे ते सुकर चकिया मिसल बहुत लंबे समय तक राज कर पाऊगी। तो बेसिकली की है कि ये जिहड़े महाराजा रणजीत सिंह सन इन्हां दे विच कई ਇਹੋ ਜਿਹੇ गुण सन। ਉਹ ਗੁਣਾਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੁਣ ਕੀ ਸੀਗਾ ਉਹਨਾਂ ਦੀ ਦੂਰਦ੍ਰਿਸ਼ਟੀ, ਕਿ ਉਹ ਹਰ ਗੱਲ ਨੂੰ ਪਹਿਲਾਂ ਹੀ ਬਹੁਤ ਸੋਚ ਲੈਂਦੇ ਸੀ, ਜਾਂਚ ਪਰਖ ਲੈਂਦੇ ਸੀ ਤੇ ਉਸ ਹਿਸਾਬ ਨਾਲ ਫਿਰ ਆਪਦੀ ਜਿਹੜਾ ਐਕਸ਼ਨ ਹੈ ਉਹਨੂੰ ਡਿਸਾਈਡ ਕਰਦੇ ਸੀ। ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਜੇ ਕੋਈ ਬੰਦਾ ਚਾਰੇ ਪਾਸੋਂ ਦੁਸ਼ਮਣਾਂ ਤੋਂ ਘਿਰਿਆ ਹੋਇਆ ਹੈ ਤਾਂ ਉਹ ਕੀ ਕਰੂਗਾ? ਕਿ ਉਹ ਬਿਨਾਂ ਹਥਿਆਰ ਚੱਕੇ ਹਾਰ ਮੰਨ ਲੂਗਾ ਜਾਂ ਉਹ ਹਥਿਆਰ ਚੱਕ ਕੇ ਲੜਾਈ ਕਰੂਗਾ, ਜਾਂ ਹੋ ਸਕਦਾ ਕਿ ਉਹਨੂੰ ਇਹ ਡਰ ਹੋਵੇ ਕਿ ਉਹ ਖਤਮ ਹੋ ਜੇ ਤੇ ਹਥਿਆਰ ਨਾ ਚੱਕੇ ਉਹ, या हथियार चक्के थे हथियार चक के खत्म हो जाए, लड़दा लड़दा मर जाए ते सारा कुछ आपदा समाप्त कर बैठे। ये दो एक्सट्रीम रास्ते है, या तो कुछ ना करो ते या सब कुछ करके ते कहानी खत्म कर लो। पर इस ते विचला जिहड़ा है गोल्डन पाथ मिडल पाथ महाराजा रणजीत सिंह ने अपनाया। उन्होंने की कीता, जिथे उन्होंने लग्या कि तलवार चक्कन की लोड़ नहीं, वैसे ही वो सारे सिस्टम नूं काबू कर लैणगे, आपदे दुश्मन नूं काबू कर लैणगे या उन्हां दे बराबर दे जिहड़े लोग है उन्हां नूं काबू कर लैणगे। उन्होंने तलवार नहीं चक्की। जिथे उन्होंने लग्या कि ये अड़न खड़न वाले लोग है, इन्हां नाल उन्होंने तलवार चक के लड़ना पऊगा ते उन्होंने तलवार चक्की ते लड़ाइयां लड़ियां ते लड़ाइयां जित्तियां। जिथे उन्होंने लग्या कि इन्हां नूं आपां लड़ाई इन्हां मिसलां नूं या इन्हां लोकां नूं आपां लड़ाई नाल नहीं जित सकदे, इन्हां नाल आपां की कर सकदे हैं कि व्यातर संबंध बना के इन्हां नूं कमजोर कर दिंदे हैं। जदों व्यातर संबंध यानी कि दूसरे मिसलां दियां या दूसरे जिहड़े राजे रजवाड़े है उन्हां दियां धीआं नूं या उन्हां दी कुड़ियां नूं इह विआह के ले आंदे है आपदे राजशाही परिवार दे विच, ते उस तो बाद उन्हां परिवारां नूं इह की कर लैंदे बेसिकली पैरां पासे बिठा लैंदे है, यानी कि उन्हां नूं वैसे ही नरम रवैया आपदे प्रति अपनाउण लई इह मजबूर कर दिंदे हन। यानी कि विआहतर संबंध बना के मैट्रीमोनियल अलायंस बना के भी इन्हां ने बहुत सारे ताकतवर मिसलां नूं काबू कीता। चौथा तरीका इन्हां दा की सीगा कि जिथे पग वंड भरा बना के, यानी कि कुछ ये ताकतवर मिसल जिवें आलू वालिया मिसल है, आलू वालिया मिसल नूं इन्होंने की कीता कि पग वंड भरा बना के इन्होंने आलू वालिया मिसल नूं काबू कर लिया। नकई ते कन्हैया मिसल नूं किवें काबू कीता? उन्हां दियां जिहड़ियां लड़कियां सीगियां उन्हां नूं विआह के इन्होंने आपदी धर्म पत्नी दे वजों अपनाया उन्हां दियां लड़कियां नूं ते उन्हां नूं वैसे कमजोर करता। इस तरह भंगी मिसल नाल इन्होंने तलवारां चक के लड़ाइयां लड़ के ते भंगी मिसल दा खात्मा कीता। तो ये सारे तरीके ये अपना रहे सन। इन्हां सारे तरीकों को अपनाते हुए इन्होंने आपदे राजपाट नूं खड़ा रखा, जिंदा रखा ते लंबे समय तक चलाया। फिर आ गई गल विदेशी दी। विदेशी कौन? ब्रिटिशर्स दी या फ्रांस दी, फ्रेंच दी, जिहड़े कि उस टाइम फ्रांस यानी कि फ्रेंच पावर्स ते ब्रिटिश पावर्स दो इस इंडियन सब कॉन्टीनेंट दे विच आपदा राज स्थापित करने लई लड़ रही सन। तो इन्होंने की कीता? इन्होंने एक होर स्ट्रेटजी अपनाई जिहड़ा कि ज़्यादा तगड़ा सीगा सिस्टम जिन्हां दा, वो सीगे ब्रिटिशर्स। ब्रिटिश हुकूमत के जिहड़े लोग सीगे वो लगातार ये कोशिश कर रहे सन कि महाराजा रणजीत सिंह की सारी टैरेटरी नूं हथिया लैण, सारे खेतर नूं हथिया लैण। तो इन्होंने की कीता? इन्होंने वही स्ट्रेटजी अपनाई कि दुश्मन का दुश्मन दोस्त। ब्रिटिशर्स यानी कि ब्रिटिश बरतानवी राज ते फ्रांसीसी राज ये दोनों आपस में लड़ रहे सन कि भारत के उपर कब्जा कौन करूगा। तो इन्होंने की कीता कि ब्रिटिश राज ते फ्रांसीसी जिहड़े कि आपस में दुश्मन सन, इन्होंने फ्रांसीसियां नाल दोस्ती कर ली ते फ्रांसीसियां नाल दोस्ती करके इन्होंने ब्रिटिशर्स नूं कमजोर करने की कोशिश की। उहदे विच इन्होंने की कीता कि इन्होंने देखा कि जिहड़े यूरोपीयंस हन, चाहे वो बरतानवी राज वाले हन चाहे वो फ्रांसीसी राज वाले हन,
ਇਹ ਦੋਨੋਂ ਲੇਟੈਸਟ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਹੈ ਤੇ ਜਿਹੜੇ ਇਹਨਾਂ ਦੇ ਲੜਾਈਆਂ ਜੰਗਾਂ ਲੜਨ ਦੇ ਤਰੀਕੇ ਹਨ ਉਹ ਵੀ ਐਡਵਾਂਸ ਹਨ। ਤਾਂ ਇਹਨਾਂ ਨੇ ਵੀ ਆਪਦੀ ਫੌਜ ਨੂੰ ਐਡਵਾਂਸ ਬਣਾਉਣ ਦੀ ਕੋਸ਼ਿਸ਼ ਕੀਤੀ ਯੂਰਪੀਅਨ ਲਾਈਨ ਦੇ ਉੱਤੇ, ਯੂਰੋਪੀਅਨ ਫੌਜਾਂ ਦੀ ਤਰਜ਼ ਦੇ ਉੱਤੇ, ਤੇ ਉਹਦੇ ਵਿੱਚ ਇਹਨਾਂ ਨੇ ਫਰਾਂਸੀਸੀਆਂ ਦੀ ਮਦਦ ਲਈ। ਤਾਂ ਯਾਨੀ ਤੁਸੀਂ ਦੇਖੋਗੇ ਕਿੰਨਾ ਅਗਾਹ ਵਧੂ ਇਹ ਪਰਸਨੈਲਿਟੀ ਸੀ ਕਿ ਪਹਿਲਾਂ ਹੀ ਇਹਨਾਂ ਨੇ ਆਪਦੀ ਰੂੜੀਵਾਦੀ ਸੋਚ ਨੂੰ, ਦਕਿਆਨੂਸੀ ਸੋਚ ਨੂੰ ਆਪਦੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਐਡਵਾਂਸ ਲੋਕਾਂ, ਫੋਰਨ ਦੇ ਲੋਕਾਂ ਨਾਲੇ ਮਿਲੇ, ਉਹਨਾਂ ਦੀ ਐਡਵਾਂਸ ਸੋਚ ਨੂੰ ਇਹਨਾਂ ਨੇ ਅਪਣਾਇਆ, ਆਪਦੇ ਸਿਸਟਮ ਦੇ ਵਿੱਚ ਅਪਣਾਇਆ। ਤਾਂ ਇਸ ਤਰ੍ਹਾਂ ਵੀ ਇਹਨਾਂ ਨੇ ਆਪਦੇ ਰਾਜਪਾਟ ਨੂੰ ਜ਼ਿੰਦਾ ਰੱਖਿਆ, ਲੰਬੇ ਸਮੇਂ ਤੱਕ ਚਲਾ ਪਾਏ ਤੇ ਇਹ ਆਪਦੇ ਸਿਸਟਮ ਨੂੰ ਬਚਾ ਕੇ ਰੱਖ ਸਕੇ। ਤਾਂ ਇਹ ਇੱਕ ਇਹਨਾਂ ਦਾ ਤਰੀਕਾ ਰਹੂਗਾ। ਹੋਰ ਤਰੀਕਾ ਇਹਨਾਂ ਦਾ ਕੀ ਹੈ? ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਅਪਰੋਚ ਸੀ ਉਹ ਕੀ ਸੀ ਕਿ ਇਹ ਆਪਦੀ ਸਹਿਨਸ਼ੀਲਤਾ ਵੀ ਬਹੁਤ ਜਗ੍ਹਾ ਤੇ ਦਿਖਾਉਂਦੇ ਸੀ। ਉਹ ਸਹਿਨਸ਼ੀਲਤਾ ਦਿਖਾਉਣ ਦੇ ਵਿੱਚ ਕਿੱਥੇ ਆਪਾਂ ਨੂੰ ਜਿੰਦਾ ਜਾਗ ਦੀ ਉਦਾਹਰਣ ਮਿਲਦੀ ਹੈ ਕਿ ਇਹ ਇੱਕ ਬਹੁਤ ਵੱਡੇ ਹੀ ਧਰਮ ਨਿਰਪੱਖ ਅਪਰੋਚ ਵਾਲੇ ਬੰਦੇ ਸਨ। ਧਰਮ ਨਿਰਪੱਖ ਅਪਰੋਚ ਕੀ ਦਾ ਮਤਲਬ ਕੀ ਹੈ? ਸੈਕੂਲਰ ਅਪਰੋਚ, ਮਤਲਬ ਕਿ ਹਰ ਧਰਮ ਨੂੰ ਇਹਨਾਂ ਨੇ ਕਿਸੇ ਧਰਮ ਨੂੰ ਦਬਾਇਆ ਨਹੀਂ। ਤੇ ਤੁਸੀਂ ਦੇਖੋਗੇ ਕਿ ਇਹਨਾਂ ਦੀ ਦਰਬਾਰ ਦੇ ਵਿੱਚ ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਸਿੱਖ ਤਾਂ ਚਲੋ ਹੋਣਗੇ ਕਿਉਂਕਿ ਇਹ ਖੁਦ ਸਿੱਖ ਸੀਗੇ, ਤੇ ਇਹਨਾਂ ਨੇ ਈਸਾਈ ਧਰਮ ਦੇ ਲੋਕਾਂ ਨੂੰ ਵੀ ਆਪਦੇ ਦਰਬਾਰ ਦੇ ਵਿੱਚ ਕੰਮਕਾਰ ਦੇ ਲਈ ਰੱਖਿਆ। ਆਪਾਂ ਦੇਖਾਂਗੇ ਕਿਵੇਂ ਕਿਵੇਂ ਉਹ ਕੀਤਾ। ਠੀਕ ਹੈ ਜੀ। ਤਾਂ ਬੇਸਿਕਲੀ ਕੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹਨਾਂ ਸਾਰੀਆਂ ਅਪਰੋਚਸ ਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਆਫ ਪੰਜਾਬ ਬਣ ਸਕੇ ਤੇ ਚਾਰੇ ਪਾਸੋਂ ਦੁਸ਼ਮਣਾਂ ਤੋਂ ਘਿਰੇ ਹੋਣ ਦੇ ਬਾਵਜੂਦ ਇਹਨਾਂ ਨੇ ਆਪਦੇ ਰਾਜ ਨੂੰ ਜ਼ਿੰਦਾ ਰੱਖਿਆ। ਠੀਕ ਹੈ ਜੀ। ਇਹ ਮੋਟਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਖਰੜਾ ਹੈ, ਸਟਰਕਚਰ ਹੈ ਜਿਹਨੂੰ ਆਪਾਂ ਦੇਖ ਰਹੇ ਹਾਂ। ਠੀਕ ਹੈ ਜੀ। ਓਕੇ, ਹੁਣ ਆਪਾਂ ਸ਼ੀਟ ਜੋ ਬੋਲਦੀ ਹੈ ਉਹਦੇ ਉੱਪਰ ਦੇਖਦੇ ਹਾਂ ਕਿ ਇਹ ਬੇਸਿਕਲੀ ਕੀ ਹੈ ਕਿ ਕੁਝ ਫੈਕਚੁਅਲ ਇਨਫੋਰਮੇਸ਼ਨ ਹੈ ਜਿਹੜੀ ਕਿ ਪੁੱਛੀ ਜਾ ਸਕਦੀ ਹੈ ਪੇਪਰ ਦੇ ਵਿੱਚ। ਜਿੰਨਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਦੀ ਆਪਾਂ ਜ਼ਿਕਰ ਕਰਾਂਗੇ, ਗੱਲਬਾਤ ਕਰਾਂਗੇ, ਉਹ ਸਾਰਾ ਇਲਾਕਾ ਅੱਜ ਪਾਕਿਸਤਾਨ ਪੰਜਾਬ ਦੇ ਵਿੱਚ ਚਲਾ ਗਿਆ ਹੈ। ਤਾਂ ਜਿੰਨੇ ਵੀ ਤੁਸੀਂ ਲੋਕੇਸ਼ਨਸ ਦੇ ਨਾਮ ਸੁਣੋਗੇ ਉਹ ਸਾਰੇ ਅੱਜ ਬੇਸਿਕਲੀ ਪਾਕਿਸਤਾਨੀ ਪੰਜਾਬ ਦੇ ਵਿੱਚ ਹਨ। ਠੀਕ ਹੈ ਜੀ। ਇਹ ਸਾਰੇ ਲੋਕੇਸ਼ਨਸ ਅੱਜ ਇੰਡੀਆ ਦੇ ਵਿੱਚ ਨਹੀਂ ਹਨ ਐਕਸੈਪਟ ਅੰਮ੍ਰਿਤਸਰ। ਠੀਕ ਹੈ। ਤਾਂ ਲੋਕੇਸ਼ਨਸ ਨੂੰ ਤੁਸੀਂ ਧਿਆਨ ਨਾਲ ਦੇਖਣਾ ਹੈ। ਠੀਕ ਹੈ ਜੀ। ਜਿਹੜਾ ਲਾਸਟ ਦੇ ਵਿੱਚ ਪੁਆਇੰਟ ਆਪਾਂ ਹੋਰ ਬਾਅਦ ਚੋਂ ਡਿਸਕਸ ਕਰਨਾ ਸੀ ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਕਿ ਇੰਨੇ ਸਾਰੇ ਪੁਆਇੰਟਸ ਆਪਾਂ ਡਿਸਕਸ ਕੀਤੇ ਕਿ ਮਹਾਰਾਜਾ ਰਣਜੀਤ ਸਿੰਘ ਕਿਉਂ ਇੰਨੇ ਲੰਬੇ ਸਮੇਂ ਤੱਕ ਆਪਦੇ ਰਾਜ ਨੂੰ ਬਚਾ ਸਕੇ। ਉਹਦੇ ਵਿੱਚ ਸਭ ਤੋਂ ਇੱਕ ਹੋਰ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਇਹਨਾਂ ਨੇ ਸੰਧੀਆਂ ਵੀ ਬਹੁਤ ਤਰ੍ਹਾਂ ਦੀਆਂ ਕੀਤੀਆਂ ਤੇ ਉਹ ਸੰਧੀਆਂ ਜਿਹੜੀਆਂ ਸੀਗੀਆਂ ਇਹਨਾਂ ਨੇ ਅੰਗਰੇਜ਼ਾਂ ਦੇ ਨਾਲ ਕੀਤੀਆਂ ਤਾਂ ਕਿ ਸੰਧੀ ਕਰਕੇ ਇਹ ਆਪਦੇ ਰਾਜਪਾਟ ਨੂੰ ਬਚਾ ਸਕਣ। ਪਰ ਇਹਨਾਂ ਦੇ ਜਾਣ ਤੋਂ ਬਾਅਦ ਉਹ ਸਾਰਾ ਸਿਸਟਮ ਢਹਿ ਢੇਰੀ ਹੋ ਜਾਊਗਾ। ਤਾਂ ਜਿਹੜੀਆਂ ਸੰਧੀਆਂ ਇਹਨਾਂ ਨੇ ਕੀਤੀਆਂ ਬਰਤਾਨਵੀ ਰਾਜ ਨਾਲ ਉਹ ਪੇਪਰ ਦੇ ਵਿੱਚ ਫਸਦੀਆਂ ਹਨ, ਉਹਦੇ ਉੱਪਰ ਵੀ ਆਪਾਂ ਗੱਲ ਕਰਾਂਗੇ। ਠੀਕ ਹੈ ਜੀ। ਓਕੇ, 1780। ਠੀਕ ਹੈ ਜੀ। 1780 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਗੁਜਰਾਂਵਾਲਾ ਸਿਟੀ 'ਚ। ਕਿੱਥੇ ਹੈ? ਪਾਕਿਸਤਾਨ ਦੇ ਵਿੱਚ। ਠੀਕ ਹੈ। ਤੁਸੀਂ ਸਾਲ ਯਾਦ ਕਰ ਲੈਣਾ, ਗੁਜਰਾਂਵਾਲਾ ਸਿਟੀ ਯਾਦ ਕਰ ਲੈਣਾ। ਗੁਜਰਾਂਵਾਲਾ ਸਿਟੀ ਬਹੁਤ ਇੰਪੋਰਟੈਂਟ ਸਿਟੀ ਬਣ ਕੇ ਆਊਗੀ ਕਿਉਂਕਿ ਜਿਹੜਾ ਸ਼ੁਕਰ ਚੱਕਿਆ ਮਿਸਲ ਦਾ ਹੈੱਡਕੁਆਟਰ ਹੈ ਉਹ ਵੀ ਗੁਜਰਾਂਵਾਲਾ ਸ਼ਿਫਟ ਕੀਤਾ ਜਾਊਗਾ ਇਹਨਾਂ ਦੇ ਜਿਹੜੇ ਪੂਰਵਜ ਹਨ ਉਹਨਾਂ ਦੇ ਦੁਆਰਾ। ਉਹ ਆਪਾਂ ਦੇਖਾਂਗੇ ਕਿ ਉਹ ਕੌਣ ਹੈ ਜਿਹੜੇ ਕਿ ਗੁਜਰਾਂਵਾਲਾ ਸ਼ੁਕਰ ਚੱਕਿਆ ਮਿਸਲ ਦਾ ਹੈੱਡਕੁਆਟਰ ਲੈ ਕੇ ਜਾਣਗੇ। ਠੀਕ ਹੈ ਜੀ। ਪਿਤਾ ਤੇ ਮਾਤਾ ਦਾ ਨਾਮ ਕੀ ਹੈ? ਸਰਦਾਰ ਮਹਾ ਸਿੰਘ, ਸਰਦਾਰਨੀ ਰਾਜ ਕੌਰ। ਠੀਕ ਹੈ ਜੀ। ਕੱਲ ਆਪਾਂ ਦਤਾਰ ਕੌਰ ਦੀ ਗੱਲ ਕੀਤੀ ਸੀ। ਦਤਾਰ ਕੌਰ ਨੂੰ ਰਾਜ ਕੌਰ ਵੀ ਕਿਹਾ ਜਾਂਦਾ ਹੈ। ਤਾਂ ਰਾਜ ਕੌਰ ਨਾਮ ਦੀ ਇੱਕ ਔਰਤ ਇਹਨਾਂ ਦੀ ਮਾਂ ਹੈ ਤੇ ਰਾਜ ਕੌਰ ਨਾਮ ਦੀ ਇੱਕ ਔਰਤ ਇਹਨਾਂ ਦੀ ਧਰਮ ਪਤਨੀ ਹੈ। ਇਹਦੇ ਵਿੱਚ ਆਪਾਂ ਕਨਫਿਊਜ਼ ਨਹੀਂ ਹੋਣਾ। ਠੀਕ ਹੈ। ਓਕੇ, ਤੇ ਕੱਲ ਜਿਹੜਾ ਆਪਾਂ ਦਤਾਰ ਕੌਰ ਤੇ ਤੁਹਾਡਾ ਮਹਿਤਾਬ ਕੌਰ ਦੀ ਗੱਲ ਕੀਤੀ ਸੀ ਤਾਂ ਤੁਹਾਨੂੰ ਇੱਥੇ ਮੈਂ ਹੁਣ ਐਡ ਕਰੂੰਗਾ ਕਿ ਜਿਹੜੀ ਮਹਿਤਾਬ ਕੌਰ ਹੈ ਜਿਹੜੀ ਕਿ ਕਨ੍ਹਈਆ ਮਿਸਲ ਤੋਂ ਬਿਲੋਂਗ ਕਰਦੀ ਸੀ ਉਹ ਵੱਡੀ ਰਾਣੀ ਸੀ ਤੇ ਦਤਾਰ ਕੌਰ ਜਿਹੜੀ ਉਹ ਛੋਟੀ ਰਾਣੀ ਸੀ। ਪਰ ਦਤਾਰ ਕੌਰ ਤੋਂ ਜਿਹੜਾ ਮੁੰਡਾ ਪੈਦਾ ਹੋਇਆ ਉਹ ਮਹਿਤਾਬ ਕੌਰ ਦੇ ਮੁੰਡੇ ਤੋਂ ਪਹਿਲਾਂ ਹੀ ਪੈਦਾ ਹੋ ਗਿਆ। ਯਾਨੀ ਕਿ ਛੋਟੀ ਰਾਣੀ ਤੋਂ ਮੁੰਡਾ ਪਹਿਲਾਂ ਪੈਦਾ ਹੋਇਆ, ਵੱਡੀ ਰਾਣੀ ਤੋਂ ਮੁੰਡਾ ਬਾਅਦ ਚੋਂ ਪੈਦਾ ਹੋਇਆ। ਛੋਟੀ ਰਾਣੀ ਤੋਂ ਜਿਹੜਾ ਮੁੰਡਾ ਪੈਦਾ ਹੋਇਆ ਉਹਦਾ ਨਾਮ ਖੜਕ ਸਿੰਘ ਸੀ ਤਾਂ ਕਰਕੇ ਉਹ ਸਭ ਤੋਂ ਵੱਡਾ ਮੁੰਡਾ ਕਹਿਲਾਇਆ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਰਾਣੀ ਸੀ ਉਹਦੇ ਮੁੰਡਾ ਪੈਦਾ ਹੋਇਆ ਤੇ ਉਹ ਜਿਹੜਾ ਮੁੰਡਾ ਸੀਗਾ ਉਹ ਸ਼ੇਰ ਸਿੰਘ ਕਹਿਲਾਇਆ। ਠੀਕ ਹੈ ਜੀ। ਐਡ ਕਰ ਲਿਓ ਇਨਫੋਰਮੇਸ਼ਨ। ਇਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਦੇਖੋ ਸ਼ੇਰੇ ਪੰਜਾਬ ਜਿਹੜਾ ਹੈ ਇੱਥੇ ਇੱਕ ਵਾਰ ਪੀਪੀਐਸਸੀ ਦੇ ਵਿੱਚ ਸਵਾਲ ਆਇਆ ਸੀਗਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਕਿ ਬੇਸਿਕਲੀ ਕੀ ਹੈ ਸ਼ੇਰੇ ਪੰਜਾਬ ਦਾ ਟਾਈਟਲ ਜਾਂ ਫਿਰ ਲਾਇਨ ਆਫ ਪੰਜਾਬ ਦਾ ਟਾਈਟਲ ਕਿਹਦੇ ਲਈ ਵਰਤਿਆ ਗਿਆ। ਤਾਂ ਦੇਖੀਏ ਸ਼ੇਰੇ ਪੰਜਾਬ ਨੂੰ ਜੇ ਤੁਸੀਂ ਇੰਗਲਿਸ਼ ਬਣਾਓਗੇ ਤਾਂ ਉਹ ਲਾਇਨ ਆਫ ਪੰਜਾਬ ਕਹਿਲਾਉਂਦਾ ਹੈ। ਪਰ ਤੁਹਾਨੂੰ ਮੈਂ ਦੱਸ ਦੇਣਾ ਜਿਹੜਾ ਟਾਈਟਲ ਹੈ ਨਾ ਸ਼ੇਰੇ ਪੰਜਾਬ ਉਹ ਤਾਂ ਦਿੱਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਜਿਹੜਾ ਲਾਇਨ ਆਫ ਪੰਜਾਬ ਹੈ ਜਾਂ ਫਿਰ ਪੰਜਾਬ ਕੇਸਰੀ ਹੈ ਬੇਸਿਕਲੀ ਪੰਜਾਬ ਕੇਸਰੀ ਇਹ ਕਿਹਨੂੰ ਦਿੱਤਾ ਗਿਆ ਹੈ? ਤੁਹਾਡਾ ਲਾਲਾ ਲਾਜਪਤ ਰਾਏ ਜੀ। ਠੀਕ ਹੈ ਜੀ। ਇਹ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਜਿਸ ਟਾਈਮ ਮਹਾਰਾਜਾ ਰਣਜੀਤ ਸਿੰਘ ਸਨ ਉਸ ਟਾਈਮ ਉਰਦੂ ਤੇ ਫਾਰਸੀ ਦਾ ਬੜਾ ਬੋਲਬਾਲਾ ਸੀ ਤਾਂ ਕਿ ਸ਼ੇਰੇ ਪੰਜਾਬ ਦਾ ਟਾਈਟਲ ਉਸ ਟਾਈਮ ਚਮਕਿਆ ਤੇ ਇਹਨਾਂ ਨੂੰ ਦਿੱਤਾ ਗਿਆ।
जो अंग्रेज इत्थे राज कर रहे सन, अंग्रेज़ों के खिलाफ स्वतंत्रता संग्राम चल रहा सीगा, स्वतंत्रता की अंदोलन की लड़ाई लड़ी जा रही सी, उदों अंग्रेजी का बोलबाला सी ते लाला लाजपत राय ने इवन अंग्रेजी च बहुत सारा काम किया। उस टाइम लाला लाजपत राय नूं लॉयन ऑफ पंजाब भी कहा गया क्योंकि वो गर्म दल के एक बहुत बड़े नेता सन। ठीक है जी, ओके। इन्हां दे जीवन साथी का नाम उरे आपां कल 3 जीवन साथियों के नाम कीते सीगे, जिहदे विच एक दतार कौर सीगी, दत्तर कौर, दूसरी महताब कौर ते तीसरी राणी जिंद कौर, महाराणी जिंद कौर या राणी जिंदा। ठीक है जी, ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਰਾਣੀ ਹੈ ਮਹਿਤਾਬ ਕੌਰ, ਉਹਦਾ ਨਾਮ ਆਪਾਂ ਇੱਥੇ ਲਿਖ ਲਿਆ ਹੈਗਾ। ਠੀਕ ਹੈ ਜੀ, ਬਾਕੀਆਂ ਦੇ ਦੂਸਰੇ ਨਾਮ ਤੁਹਾਨੂੰ ਪਤਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਮੁੱਖ ਤੌਰ ਤੇ ਤਿਆਰ ਕੀਤਾ ਗਿਆ ਕਿਹਦੇ ਦੁਆਰਾ? ਸਦਾ ਕੌਰ ਦੇ ਦੁਆਰਾ। ਤੁਹਾਨੂੰ ਪਤਾ ਹੈ ਕਿ ਮਹਿਤਾਬ ਕੌਰ ਕਿਹਦੀ ਬੇਟੀ ਹੈ? ਸਦਾ ਕੌਰ ਦੀ ਬੇਟੀ ਹੈ। ਸਦਾ ਕੌਰ ਜਿਹੜੀ ਹੈ ਉਹ ਬੇਸਿਕਲੀ ਕਿਹੜੀ ਮਿਸਲ ਤੋਂ ਬਿਲੋਂਗ ਕਰਦੀ ਹੈ? ਕਨ੍ਹਈਆ ਮਿਸਲ ਤੋਂ ਬਿਲੋਂਗ ਕਰਦੀ ਹੈ। ਸਦਾ ਕੌਰ ਦੇ ਹਸਬੈਂਡ ਨੂੰ मार दिता जाऊगा, गुरबख्श सिंह नूं मार दिता जाऊगा, किहदे द्वारा? महाराजा रणजीत सिंह दे पिता दे द्वारा। ईवन दैन ये जिहड़ी लेडी है, ये सूझबूझ दी भरी हुई लेडी जिहड़ी है, फुल विजडम दे नाल भरी हुई लेडी है, ये की करूगी कि आपदी बेटी दा हथ आपदे पति दे कातल दे मुंडे दे हथ च दऊगी। ते वो कातल दा मुंडा कौन है? महाराजा रणजीत सिंह। ते उस तो बाद महाराजा रणजीत सिंह नूं तैयार करूगी कि एक महाराजा किवें बनिया जा सकदा है। तुसीं सोच के देखो कि कितनी शानदार लेडी इस लेडी की अप्रोच होगी जिंदगी नूं लैके। ठीक है जी, ओके। उस तो बाद कैपिटल लाहौर इन्होंने लियांदी। आपां गल कीती है कि इन्हां दी एक कैपिटल की होगी? गुजरावाला। गुजरावाला तो बाद ये आपदी कैपिटल नूं लाहौर शिफ्ट कर लेंगे। ठीक है जी, गुजरावाला कौन शिफ्ट करूगा ये देखांगे। लाहौर शिफ्ट कर रहा महाराजा रणजीत सिंह, ये तो आपां देख ही लिया हम। ठीक है जी, इन्होंने की जारी किए? नानकशाही कॉइन्स, नानकशाही सिक्के जारी किए। नानकशाही सिक्के इन्होंने भी जारी किए ते महाराजा रणजीत सिंह तो पहला ही बाबा बंदा सिंह बहादुर ने भी नानकशाही सिक्के जारी किए सी, जो उन्होंने समाणा दे विच जिहड़ी मुगलों की सिक्के घड़न वाली जिहड़ी फैक्ट्री सी, जिहड़ी मिंटिंग कॉइन का जिहड़ा स्ट्रक्चर कह दिंदे आ, उहनूं लुटिया सी। उस तो बाद नानक जी के नां ते सिक्के जारी किए सीगे। किने? महाराजा रणजीत सिंह तो पहला बाबा बंदा सिंह बहादुर ने। ठीक है, ये सवाल बनूगा पेपर दे विच। कहता कि उसके द्वारा नियुक्त 2 यूरोपीयन अधिकारी किहड़े-किहड़े हैं? वेंचूरा ते अलार्ड। आपां गल कीती है कि वेंचूरा ते अलार्ड नाम दे 2 जिहड़े अफसर, फ्रांसीसी अफसर जिहड़े सीगे, जिहड़े जनरल सीगे, वड्डे ऑफिसर सीगे, ਉਹ ਇਹਨਾਂ ਨੇ ਆਪਦੇ ਦਰਬਾਰ 'ਚ ਬਿਠਾਏ ਤੇ ਇਹਨਾਂ ਦਾ ਆਬਜੈਕਟਿਵ ਇਹੀ ਸੀਗਾ, ਉਦੇਸ਼ ਇਹੀ ਸੀ ਇਹਨਾਂ ਨੂੰ ਆਪਦੇ ਦਰਬਾਰ 'ਤੇ ਲੈ ਕੇ ਆਉਣ ਦਾ ਕਿ ਵੀ ਬਈ ਮੇਰੀਆਂ ਜਿਹੜੀਆਂ ਸਿੱਖ ਫੌਜਾਂ ਹਨ ਉਹਨਾਂ ਨੂੰ ਯੂਰਪੀਅਨ ਤਰਜ਼ ਦੇ ਉੱਤੇ ਤਿਆਰ ਕੀਤਾ ਜਾਵੇ ਤਾਂ ਕਿ ਉਹ ਯੂਰਪੀਅਨ ਤਾਕਤ, ਉਹ ਕਿਹੜੀ ਹੈ? ਬਰਤਾਨਵੀ ਰਾਜ, ਉਹਦੀ ਤਾਕਤ ਨਾਲ ਲੜ ਸਕਣ ਤੇ ਜਿੱਤ ਪ੍ਰਾਪਤ ਕਰ ਸਕਣ। ਠੀਕ ਹੈ, ਇਹਨਾਂ ਨੇ ਕੀ ਕੁਝ ਬਣਾਇਆ? ਇਹਨਾਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਇਹਦੇ ਉੱਪਰ ਕੰਮ ਕੀਤਾ ਇਹਨਾਂ ਨੇ। ਠੀਕ ਹੈ ਜੀ, ਇੱਥੇ ਇਹਨਾਂ ਨੇ ਬਹੁਤ ਦਾਨ ਦਿੱਤਾ, सारी बिल्डिंग्स नूं बनवाया। ये सारे इन्हां दे दान धर्म दे जिहड़े है वो कम हैं। ठीक है जी, नैक्सट चलते हैं, शीट नूं दोबारा रिवाइज कर लेना, दोबारा देखते हैं। सोने दी प्लेटां दान कीतियां। देखो ये एक धर्म निरपक्ष पर्सनैलिटी सी, सारे धर्मां दा मान करदे सी, वो इत्थों पता लगदा है। सोने दी प्लेटां दित्तियां हरमंदिर साहिब दी कंधां नूं ढकण लई ते इत्थे इन्हां ने जिहड़ा तुहानूं मैं दस के जा रहा भी जिहड़ा सैकुलर करैक्टर दसदा है वो ये है कि जिहड़ा तुहाडा माता ज्वाला जी मंदिर है हिमाचल प्रदेश दे विच, ठीक है जी, या कांगड़ा दे कांगड़े दे विच जिहड़ा है उत्थे भी इन्हां ने छतर दान कीते है। मतलब कि जिहड़े हिंदू मंदिर हैं उन्हां नूं भी इन्हां ने काफ़ी दान दिते हैं, जिहदे नाल इन्हां दा सैकुलर करैक्टर जिहड़ा है, धर्म निरपक्ष इन्हां दा जिहड़ा चरित्र है वो सामने आंदा है। अंग्रेज़ां नाल संधियां कीतियां इन्हां ने, किहड़ी-किहड़ी संधियां कीतियां? इत्थे संधि दी जिहड़ी डेट है वो गलत पाई हुई है, इहनूं डेट नूं आपां ठीक कर लैंदे हां। ठीक है जी, अमृतसर की संधि की 1809 दे विच, एक 3 पक्षी संधि जिहड़ी 1838 दी कीती इन्हां ने, वो आपां देखांगे किहड़ी-किहड़ी है। वो 1809 दी संधि ते 1838 दी 3 पक्षी संधि, ये 2 इंपॉर्टेंट संधियां महाराजा रणजीत सिंह ने अपने जीवन काल दे विच कीतियां, वो आपां देखांगे वो की है। ठीक है जी, ओके। इन्हां दी मौत किहड़ी हुंदी है? मौत किदों हुंदी है? साल 1839 दे विच। ये आपां डिस्कस कर चुके हैं कि भी इन्हां दी डेथ हुई 1839 दे विच ते पंजाब राज नूं ब्रिटिश राज दे विच मिला लिया गया साल 1849 दे विच। ठीक है जी, नेक्स्ट स्लाइड ते चलते हैं। ओके, तकरीबन ये 10 जंगां दी एक लिस्ट है, 10 बैटल्स, 10 लड़ाइयां इन्हां ने लड़ियां ते जिहदे नाल इन्हां ने आपदे साम्राज दा विस्तार किया, पूरे साम्राज का विस्तार कर लिया इन्होंने। ठीक है,
ਇਹ ਲੜਾਈਆਂ ਦੇ ਵਿੱਚ ਇੰਪੋਰਟੈਂਟ ਸਵਾਲ ਕਿਵੇਂ ਬਣੂਗਾ ਉਹ ਆਪਾਂ ਦੇਖਾਂਗੇ। ਇਹਨਾਂ ਨੇ ਲਾਹੌਰ ਨੂੰ ਜਿੱਤਿਆ, ਅੰਮ੍ਰਿਤਸਰ ਨੂੰ ਜਿੱਤਿਆ, ਕਸੂਰ, ਝੰਗ, ਸਿਆਲਕੋਟ, ਕਾਂਗੜਾ, ਅਟੋਕ, ਮੁਲਤਾਨ, ਕਸ਼ਮੀਰ ਤੇ ਲਾਸਟ पेशावर। पेशावर तक इन्हां दा राज पहुंच गया सीगा। तुसीं देखो ये 10 जंगां इन्हां ने इंपॉर्टेंट जित्तियां ते पूरा जिहड़ा अज अफगानिस्तान तक दा आपां एरिया कहने आ ओह इन्हां दे कब्जे च आ गया। ਇਹਦੇ ਵਿੱਚ पेपर च सवाल ये बनूगा कि ਕਿਹੜੀ जंग ਕਿਹੜੇ साल च इन्हां ने जित्ती, पहला सवाल। दूजा सवाल कि ਕਿਹੜੀ जंग ਦੇ ਵਿੱਚ इन्हां ने ਕਿਹੜੇ ਜਿਹੜਾ ਉਹਨਾਂ ਦਾ ਹੈਡ ਸੀਗਾ दूसरे पासों दुश्मनां ਦਾ ਉਹਨੂੰ ਹਰਾਇਆ। ਤਾਂ ਕਰਕੇ ਉਹੀ मैच ऑफ दी फॉलोइंग लेके आऊगा। इन्हां विच एक पासे जंग का नाम दूगा, साल दे सकता है, एक पासे जंग का नाम दूगा, साल भी शायद आप ही दे दे, ते इधरले पासे पूछूगा कि किहड़ी लड़ाई दे विच की तो किहड़ा इलाका जित्या गया। फॉर एग्जांपल जिवें कि लाहौर की जित है, लाहौर की जित, लाहौर कित्थों लिता, किन्हां तो जित्या भंगी सरदारां तो। भंगी मिसल आपां गल करके गए हैं। जिहड़ी भंगी मिसल है उहदा हैड कौन है? भंगी मिसल दा भंगी मिसल का हैड आप पिछले लिस्ट दे विच देखिया है। वो तुसी सारे नाम जड़े है वो नोट करने हैं, ठीक है जी। वो है हरी सिंह ढिल्लों, ठीक है जी, देख लियो। दूसरी है अमृतसर की जित। अमृतसर की जित जड़ी है यह की है कि गुलाब सिंह भंगी की जड़ी विडो है माई सुखा, उन्होंने तो इन्होंने अमृतसर भी खोलिया। साल 1805 दे विच। 1799 दे विच लाहौर जित्तिया, फिर अमृतसर जित लिया। कसूर की जिहड़ी जित है वो कुतुबुद्दीन, ये सारे अफगान बंदे हैं, इन्हां तो इन्होंने ये सारे इलाके जिते हैं। झंग की जित, झंग दे विच अहमद खान तो। सियालकोट की जित जीवन सिंह तो, ठीक है जी। कांगड़ा की जित ये पहाड़ी जिहड़े राजपूत डोगरा राजा हैं, राजा संसार चंद कटोच, इन्हां तो कांगड़ा जित लिया 1809 दे विच, ठीक है जी। तो मतलब 1799 तो चलते हुए बेसिकली 1780 च इन्हां दा जन्म हुंदा है। 1792 12 साल की उम्र च यह राजपाट दे विच एक्टिव होने लगते हैं। अल्टीमेटली 1799 दे विच जाके एक वड्डी लड़ाई जित के वड्डा इलाका कब्जे च लेंदे हैं, वो है लाहौर, ठीक है जी, ओके। अटोक की जित है जिहड़ी जहंदद खान तो इन्होंने अटोक जित्तिया। ये सारे पाकिस्तान पंजाब वाले इलाके हैं या उस तो भी अगे जाके जिहड़े इलाके चले गए हैं। मुल्तान की जित, मुल्तान जिहड़ा है इन्होंने जित्तिया मुजफ्फर खान तो, ठीक है, ये इंपॉर्टेंट है। कश्मीर की जित, कश्मीर इन्होंने जित्तिया जब्बार खान तो, ते पेशावर इन्होंने जित्तिया किस तो? अजीम खान तो, ठीक है जी। ये सारे जड़ियां इन्हां दे 10 जंगां हन, उन्हां दे साल ते किहड़ी जंग दे विच इन्हां ने किहड़े आपदे विरोधी नूं हराया, उन्हां दा नाम ये तुसीं याद करना है, ठीक है जी, ओके। नेक्स्ट चलते हैं आप। महाराजा रणजीत सिंह के बारे पॉइंट्स दिते गए हैं। 1 सेकेंड। एक स्लाइड दे विच मिस है, वो स्लाइड दी मैं वीडियो तुहानूं दोबारा बना के दे दूंगा, ठीक है जी। बेसिकली की है कि महाराजा रणजीत सिंह के ऊपर आप इन्फॉर्मेशन ले रहे हैं। महाराजा रणजीत सिंह के बारे जिन्नी मैं तुहानूं इन्फॉर्मेशन दी है वो वैसे डिस्कस हो चुकी है, पर फिर भी स्लाइड दोबारा उसके ऊपर छोटी जी वीडियो 2-4-5 मिनट जी बनूगी वो बना के मैं दे देना तुहानूं। कहते कि रणजीत सिंह जिहड़े 12 साल के सी जदों वो गद्दी ते बैठा सी, 12 साल की उम्र सी, मतलब 1780 च जन्म हुंदा है ते 1792 दे विच गद्दी दे उपर बैठदे हैं। 1796 ਵਿੱਚ ਰਣਜੀਤ ਸਿੰਘ ਦਾ ਵਿਆਹ ਗੁਰਬਖਸ਼ ਸਿੰਘ ਅਤੇ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ, ਹੈ ਨਾ ਜੀ। ਆਪਾਂ ਨੂੰ ਦੇਖਿਆ ਹੈ ਕਿ ਕਿਹੜੀ ਹੈ ਇਹ ਕਨਈਆ ਮਿਸਲ, ਹੈ ਨਾ। ਕਨਈਆ ਮਿਸਲ ਦਾ ਗੁਰਬਖਸ਼ ਸਿੰਘ ਹੈ, ਸਦਾ ਕੌਰ ਹੈ, ਮਹਿਤਾਬ ਕੌਰ ਉਹਦੀ ਬੇਟੀ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹ ਕੇ ਆਊਗੀ। ਤੇ ਸਦਾ ਕੌਰ ਹੈ बेसिकली ਇਹ ਸੱਸ ਹੈ, ਇਹਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਬਣਾਇਆ ਹੈ, ठीक है जी। उस तो बाद कहना कि रणजीत सिंह के राज समय आ बहुत इंपॉर्टेंट क्वेश्चन है, भंगी मिसल, कन्हैया मिसल, नकई मिसल ते आलू वालिया मिसल, ये मुख्य मिसलां सन। यानी कि इन्हां सारे मिसलां नूं खत्म करके कमजोर करके किसी ना किसी तरीके नाल भी शुक्र चकिया मिसल उपर आऊगी, ठीक है जी। रणजीत सिंह ने नकई मिसल दी राजकुमारी राजकौर नाल विआह कीता। ये वही है राजकौर जिहड़ी कि किहड़ी सी तुहाडी बेसिकली दतार कौर, अते इस मिसल उत्ते जित प्राप्त कीती। आलू वालिया मिसल नूं दस्तारा दे वटांदरे नाल जित्तिया गया, ठीक है जी। तरीके दस रहा है कि किवें किवें मिसलां नूं काबू करदा गया। कहंदा मिसलां नूं जोड़न तो बाद रणजीत सिंह ने पहली विसाख 12 अप्रैल, आ डेट इंपॉर्टेंट है बई, नॉर्मली 13 अप्रैल हुंदी है पर ये 12 अप्रैल पैंदी सी। पहली विसाख 1801 दे विच अपने आप नूं पंजाब दा महाराजा ऐलानिया।
1799 ਚ ਬਹੁਤ ਵੱਡੀ ਜੰਗ ਜਿੱਤੀ, ਲਾਹੌਰ ਨੂੰ ਕਬਜ਼ੇ ਚ ਲਿੱਤਾ, ਪਰ 1801 ਦੇ ਵਿੱਚ ਉਹਨਾਂ ਨੇ ਕੀ ਕੀਤਾ, ਆਪਦੇ ਆਪ ਨੂੰ ਪੰਜਾਬ ਦਾ ਮਹਾਰਾਜਾ ਐਲਾਨਿਆ। ਠੀਕ ਹੈ ਜੀ। ਨੈਕਸਟ ਆਪਾਂ ਸਲਾਈਡ ਤੇ ਚੱਲਦੇ ਹਾਂ। ਇਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀਆਂ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਲੈ ਕੇ ਆਏ हैं, क्योंकि महाराजा रणजीत सिंह के ऊपर इन्ना इन्फॉर्मेशन तो सवाल बनूगा। ओके, कहता कि 1799 तो बाद लाहौर उसकी राजधानी बनी, यानी कि पहला राजधानी किहड़ी सीगी, जिहड़ी वो स्लाइड मिस कर रहे हैं तुहानूं मैं वो इत्थे दस के जाना है। वो स्लाइड दे विच की है बेसिकली 1799 दे विच राजधानी की बना ली, लाहौर बना ली, इट इज ओके। पर 1799 तो पहला इन्हां दी राजधानी किहड़ी सीगी, गुजरावाला, गुजरावाला। ठीक है, गुजरावाला जड़ी है इन्हां दी राजधानी, ये बेसिकली सुकेर चक पिंड तो निकले। ठीक है जी, उस पिंड तो निकलन तो बाद जड़ा इन्हां दा पहला पूर्वज है वो है बुद्ध सिंह, फिर कड़ा है नौद सिंह। ठीक है, फिर कौन है, चढ़त सिंह, ते फिर कौन है चौथे नंबर ते, महा सिंह, यानी कि महाराजा रणजीत सिंह दा फादर, प्यो। उस तो बाद कौन आ गया, रणजीत सिंह। ठीक है जी, ओके। जड़ा ये चढ़त सिंह है जड़ा, ये बेसिकली की है कि लेके जाएंगे राजधानी नूं किथे, गुजरावाला दे विच। ठीक है जी, Okay.